ਜੇ ਤੁਸੀਂ ਇੱਕ ਬੰਦੇ ਨੂੰ ਲੱਭਣ ਵਾਸਤੇ 80,000 ਬੰਦਾ ਲਾ ਸਕਦੇ ਹੋ, ਪੁਲਿਸ ਕਰਮਚਾਰੀ ਲੱਗ ਸਕਦੇ ਹੋ, ਔਰ ਫਿਰ ਵੀ ਉਹ ਬੰਦਾ ਤੁਹਾਡੇ ਕਾਬੂ ਨਾ ਹੋਵੇ। ਅੰਮ੍ਰਿਤਪਾਲ ਨੂੰ ਲੈ ਕੇ ਉਹ ਦੂਸਰੇ ਸਾਈਡ ਤੇ ਜਿਹੜਾ ਕਾਫੀ ਜ਼ਿਆਦਾ ਉਹ ਚੱਲਿਆ ਹੋਇਆ ਇੱਥੇ ਜਿਹੜਾ ਹੈਗਾ ਮੋਰਚਾ ਵੀ ਤੁਸੀਂ ਲਾਇਆ ਹੋਇਆ ਹੈ। ਤੁਸੀਂ ਇਹ ਸਾਰੇ ਵਰਤਾਰੇ ਨੂੰ ਕਿਵੇਂ ਦੇਖ ਰਹੇ ਹੋ? ਇਹਨਾਂ ਨੇ ਆਪਦੇ ਹੱਥ 'ਚ ਇਹ ਚੀਜ਼ ਸਿਚੁਏਸ਼ਨ ਆਪਦੇ ਹੱਥ 'ਚ ਨਹੀਂ ਲਈ। ਇਹਨਾਂ ਨੇ ਸੈਂਟਰ ਤੇ ਜਾ ਕੇ ਗੋਡਿਆਂ 'ਚ ਬੈਠ ਕੇ ਕਿ ਸਾਨੂੰ ਹੈਲਪ ਦੀ ਲੋੜ। ਤੁਸੀਂ ਅੱਜ ਜਿਹੜਾ ਇੱਥੇ ਪ੍ਰੈਸ ਕਾਨਫਰੰਸ ਕੀਤੀ ਹੈ, ਮੇਨ ਉਹਦੇ ਪੁਆਇੰਟਸ ਏਜੰਡਾ ਕੀ ਸੀ ਤੁਹਾਡਾ, ਕੀ ਪਲਾਨਿੰਗ ਕੀ ਹੈਗੀ ਹੈ? 26 ਤਰੀਕ ਨੂੰ ਪਿਛਲੇ ਮਹੀਨੇ ਲਾਸਟ ਮੰਥ ਦੀ ਜਿਹੜੀ 26 ਤਰੀਕ ਨੂੰ ਇੱਕ ਮੀਟਿੰਗ ਹੋਈ ਸੀ ਸਰਕਾਰ ਨਾਲ, ਤੇ ਇਹ ਸਪਸ਼ਟ ਕੀਤਾ ਗਿਆ ਸਰਕਾਰ ਵੱਲੋਂ ਕਿ ਅਸੀਂ ਕੁਝ ਜਿਹੜੀਆਂ ਤੁਹਾਡੀਆਂ ਮੰਗਾਂ ਨੇ ਉੱਤੇ ਪੂਰਾ ਧਿਆਨ ਦੇਵਾਂਗੇ ਅਤੇ ਆਉਣ ਵਾਲੇ ਸਮੇਂ ਨੂੰ ਸਾਨੂੰ ਕੁਝ ਸਮਾਂ ਦਿੱਤਾ ਜਾਵੇ ਜਿਸ 'ਚ ਅਸੀਂ ਤੁਹਾਡੀਆਂ ਮੰਗਾਂ ਪੂਰੀਆਂ ਕਰਨ ਦਾ ਯਤਨ ਕਰਾਂਗੇ ਅਤੇ ਇਹਨੂੰ ਲਗਭਗ ਪੂਰਾ ਵੀ ਕੀਤਾ ਜਾਵੇ। ਉਹ ਰਿਟਨ 'ਚ ਵੀ ਦਿੱਤਾ ਗਿਆ ਸੀ। ਕਿੱਡੀ ਹਾਸਾ ਹੋਣੀ ਗੱਲ ਹੈ ਕਿ ਇੱਕ ਮੁੱਖ ਮੰਤਰੀ ਹੋ ਕੇ ਜੋ ਪਹਿਲਾਂ ਐਜ਼ ਅ ਕਮੇਡੀਅਨ ਸੀਗੇ, ਉਹ ਅਜੇ ਵੀ ਸਰਕਾਰਾਂ ਨੂੰ ਵੀ ਕਮੇਡੀਅਨ ਤਰ੍ਹਾਂ ਲੈ ਰਹੇ ਨੇ। ਨਾ ਤੁਸੀਂ ਅਜੇ ਤੱਕ ਐਪਲੀਕੇਸ਼ਨ ਕੋਈ ਮੂਵ ਕੀਤੀ ਹੈ, ਨਾ ਤੁਸੀਂ ਕੋਈ ਜੇਲ੍ਹ ਸੰਬੰਧ ਉਹਦੇ ਨਾਲ ਬਾਰੇ ਗੱਲ ਕੀਤੀ ਆ। ਲਿਆਉਣ ਦੀ ਤਾਂ ਦੂਰ ਦੀ ਗੱਲ ਆ, ਤੁਸੀਂ ਇੱਥੇ ਉਹਨਾਂ ਨਾਲ ਕੋਈ ਇੱਕ ਸੰਪਰਕ ਨਹੀਂ ਕੀਤਾ ਗਿਆ। ਜਿਹੜਾ ਐਕਸ਼ਨ ਲਿਆ ਜਾਊਗਾ ਉਹਦੀ ਕਾਰਵਾਈ ਜੋ ਅੱਗੇ ਹੋਇਆ ਜਾਊਗਾ, ਜੋ ਪੰਜਾਬ 'ਚ ਹੋਊਗਾ ਉਹਦੀ ਸਰਕਾਰ ਜ਼ਿੰਮੇਵਾਰੀ ਹੋਊਗੀ, ਨਾ ਕਿ ਮੋਰਚਾ ਜ਼ਿੰਮੇਵਾਰ ਹੋਊਗਾ। ਤਰੀਕ ਦੀ ਜਿਹੜੀ ਕਾਲ ਦਿੱਤੀ ਹੈ ਉਸ ਤੇ ਪਹੁੰਚਿਆ ਜਾਵੇ ਤਾਂ ਕਿ ਅਸੀਂ ਸਰਕਾਰ ਨੂੰ ਇਹ ਦਿਖਾ ਸਕੀਏ, ਅਸੀਂ ਬੰਦੀ ਸਿੰਘਾਂ ਨੂੰ ਬਾਹਰ ਲਿਆ ਸਕੀਏ ਅਤੇ ਆਪਦਾ ਕੰਮ ਜੋ ਸਾਡਾ ਪ੍ਰਚਾਰ ਉਹ ਕਰ ਸਕੀਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ। ਕੌਮੀ ਇਨਸਾਫ ਮੋਰਚੇ ਨੇ ਅੱਜ ਚੰਡੀਗੜ੍ਹ ਆ ਕੇ ਪ੍ਰੈਸ ਕਾਨਫਰੰਸ ਕੀਤੀ ਹੈ ਔਰ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਵੱਡੀ ਕਾਲ ਦਿੱਤੀ ਹੈ। ਖਾਸ ਕਰਕੇ ਉਹਨਾਂ ਨੇ ਗੱਲ ਕੀਤੀ ਹੈ ਕਿ ਅਸੀਂ ਜਿਹੜਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਅਸੀਂ 31 ਮੈਂਬਰੀ ਜਥਾ ਜਿਹੜਾ ਰੋਕਿਆ ਹੋਇਆ ਸੀ ਉਹਨੂੰ ਦੁਬਾਰਾ ਤੋਂ ਸ਼ੁਰੂ ਕਰਾਂਗੇ। ਉਹਦੇ ਨਾਲ ਇੱਕ ਰੋਸ ਦੀ ਵੀ ਪ੍ਰਗਟਾਵਾ ਕਰਨ ਦੀ ਵੀ ਗੱਲ ਕੀਤੀ ਹੈ। ਸਾਰਾ ਪ੍ਰੋਗਰਾਮ ਕੀ ਦਿੱਤਾ ਹੈ, ਕੀ ਗੱਲਬਾਤ ਹੈ, ਗੁਰਸ਼ਰਨ ਸਿੰਘ ਧਾਲੀਵਾਲ ਸਾਡੇ ਅੱਜ ਨਾਲ ਨੇ, ਆਰਗੇਨਾਈਜ਼ਰ ਨੇ ਉਹ ਕੌਮੀ ਇਨਸਾਫ ਮੋਰਚਾ ਦੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਅੱਜ ਜਿਹੜਾ ਇੱਥੇ ਪ੍ਰੈਸ ਕਾਨਫਰੰਸ ਕੀਤੀ ਹੈ, ਮੇਨ ਉਹਦੇ ਪੁਆਇੰਟਸ ਏਜੰਡਾ ਕੀ ਸੀ ਤੁਹਾਡਾ, ਕੀ ਪਲਾਨਿੰਗ ਕੀ ਹੈਗੀ ਹੈ? ਜੋ ਏਜੰਡਾ ਮੇਨ ਹੈ, 26 ਤਰੀਕ ਨੂੰ ਪਿਛਲੇ ਮਹੀਨੇ ਲਾਸਟ ਮੰਥ ਦੀ ਜਿਹੜੀ 26 ਤਰੀਕ ਨੂੰ ਇੱਕ ਮੀਟਿੰਗ ਹੋਈ ਸੀ ਸਰਕਾਰ ਨਾਲ, ਉਹਦੇ ਵਿੱਚ ਇਹ ਸਪਸ਼ਟ ਕੀਤਾ ਗਿਆ ਸਰਕਾਰ ਵੱਲੋਂ ਕਿ ਅਸੀਂ ਕੁਝ ਜਿਹੜੀਆਂ ਤੁਹਾਡੀਆਂ ਮੰਗਾਂ ਨੇ ਉੱਤੇ ਪੂਰਾ ਧਿਆਨ ਦੇਵਾਂਗੇ ਅਤੇ ਆਉਣ ਵਾਲੇ ਸਮੇਂ ਨੂੰ ਸਾਨੂੰ ਕੁਝ ਸਮਾਂ ਦਿੱਤਾ ਜਾਵੇ ਜਿਸ 'ਚ ਅਸੀਂ ਤੁਹਾਡੀਆਂ ਮੰਗਾਂ ਪੂਰੀਆਂ ਕਰਨ ਦਾ ਯਤਨ ਕਰਾਂਗੇ ਅਤੇ ਇਹਨੂੰ ਲਗਭਗ ਪੂਰਾ ਵੀ ਕੀਤਾ ਜਾਵੇ। ਉਹ ਰਿਟਨ 'ਚ ਵੀ ਦਿੱਤਾ ਗਿਆ ਸੀ, ਸਰਕਾਰ ਵੱਲੋਂ ਸਾਈਨ ਕੀਤੇ ਗਏ ਆ, ਮੰਤਰੀਆਂ ਵੱਲੋਂ ਸਾਈਨ ਕੀਤੇ ਗਏ ਆ। ਸੋ ਇਸ ਕਰਕੇ ਉਹ ਜਿਹੜੇ ਰਿਟਨ ਦਿੱਤਾ ਗਿਆ ਸੀ ਸਾਰਾ ਕੁਝ, ਉਸ ਤੋਂ ਬਾਅਦ ਟਾਈਮ ਲੈਣ ਦੇ ਬਾਵਜੂਦ ਵੀ ਸਰਕਾਰ ਨੇ ਆਪਦੇ ਜਿਹੜੇ ਕੰਮ ਸੀਗੇ ਜੋ ਉਹਨਾਂ ਨੇ ਕਰਨਾ ਸੀ ਉਹਨਾਂ ਤੇ ਬਿਲਕੁਲ ਵੀ ਨਹੀਂ ਨਿੱਤਰੇ, ਨਾ ਉਹਨਾਂ ਨੇ ਕੋਈ ਕਾਰਵਾਈ ਕੀਤੀ ਹੈ, ਨਾ ਸਾਨੂੰ ਕੋਈ ਐਸਾ ਉਹਨਾਂ ਦਾ ਆਨਸਰੀਆਂ ਵੈਲਿਊਏਬਲ ਕੋਈ ਜਵਾਬ ਨਹੀਂ ਆਇਆ। ਸੋ ਉਸ ਤੋਂ ਬਾਅਦ ਇਹ ਪ੍ਰਚਾਰਕ ਸਾਰਿਆਂ ਵੱਲੋਂ ਕਮੇਟੀ ਵੱਲੋਂ ਮੀਟਿੰਗ ਕੀਤੀ ਗਈ। ਮੀਟਿੰਗ ਤੋਂ ਬਾਅਦ ਇਹ ਰੱਖਿਆ ਗਿਆ ਕਿ ਅਸੀਂ 1 ਤਰੀਕ ਨੂੰ ਇੱਕ ਵੱਡਾ ਪ੍ਰਚਾਰ, ਇੱਕ ਮਾਰਚ ਕੱਢਿਆ ਜਾਊਗਾ ਸਰਕਾਰ ਦੇ ਖਿਲਾਫ। ਜੋ ਇੱਥੇ IPL ਮੈਚਿਸ ਹੋ ਰਹੇ ਨੇ ਉਹਨਾਂ ਦੇ ਉੱਥੇ ਇਹ ਦੱਸਿਆ ਜਾਊਗਾ ਕਿ ਅਸੀਂ ਇਹਨਾਂ ਨੂੰ, ਜੇ ਤੁਸੀਂ ਸਾਡੀ ਸਰਕਾਰਾਂ ਨਹੀਂ ਮੰਨਦੀਆਂ ਤਾਂ ਅਸੀਂ ਇਹ ਲੋਕਾਂ ਨੂੰ ਲੈ ਕੇ ਸੜਕਾਂ ਤੇ ਆਵਾਂਗੇ। ਸੋ ਸਰਕਾਰਾਂ ਪਹਿਲਾਂ ਕਿੱਡੀ ਹਾਸਾ ਹੋਣੀ ਗੱਲ ਹੈ ਕਿ ਇੱਕ ਮੁੱਖ ਮੰਤਰੀ ਹੋ ਕੇ ਜੋ ਪਹਿਲਾਂ ਐਜ਼ ਅ ਕਮੇਡੀਅਨ ਸੀਗੇ, ਉਹ ਅਜੇ ਵੀ ਸਰਕਾਰਾਂ ਨੂੰ ਵੀ ਕਮੇਡੀਅਨ ਤਰ੍ਹਾਂ ਲੈ ਰਹੇ ਨੇ। ਗੱਲਾਂ ਕਰਕੇ ਉਹਨਾਂ ਤੇ ਖਰੇ ਨਹੀਂ ਉਤਰ ਰਹੇ ਔਰ ਉਹਨਾਂ ਨੂੰ ਤੁਸੀਂ ਇੱਕ ਪਹਿਲਾਂ ਵਾਅਦੇ ਕਰਦੇ ਹੋ, ਜੇ ਬਾਕੀ ਸਰਕਾਰਾਂ ਨੂੰ ਤੁਸੀਂ ਟੀਚਰਾਂ ਕਰਦੇ ਰਹੇ ਹੋ ਕਿ ਇਹ ਗੱਲਾਂ ਨਹੀਂ ਖਰੇ ਨਹੀਂ ਉਤਰਦੇ, ਇਹ ਗੱਲਾਂ ਨਹੀਂ ਕਰਦੇ ਲੋਕਾਂ ਨਾਲ, ਲੋਕਾਂ ਨੂੰ ਧਰਨੇ ਲਾਉਣੇ ਪੈਂਦੇ ਆ, ਤੇ ਤੁਸੀਂ ਉਹ ਸੇਮ ਤੁਸੀਂ ਕਰ ਰਹੇ ਹੋ। ਤੁਸੀਂ ਕੀ ਕਰ ਰਹੇ ਹੋ? ਤੁਸੀਂ ਇੱਕ ਜਵਾਬ ਦੇ ਕੇ, ਇੱਕ ਨਾਲ ਵਾਅਦਾ ਕਰਕੇ, ਆਪਦੇ ਮੰਤਰੀ ਭੇਜ ਕੇ, ਬਕਾਇਦਾ ਤੁਸੀਂ ਰਿਟਨ ਦੇ ਕੇ ਉਹਨਾਂ ਤੇ ਸਾਈਨ ਕਰਕੇ ਤੁਸੀਂ ਬਾਅਦ 'ਚ ਮੁੱਕਰ ਜਾਂਦੇ ਹੋ। ਤੁਹਾਨੂੰ 31 ਤਰੀਕ ਦਾ ਤੁਸੀਂ ਜਥੇਦਾਰ ਸਾਹਿਬ ਨੂੰ ਇੱਥੇ ਲਿਆਉਣ ਦੀ ਗੱਲ ਹੋਈ ਆ, ਉਸ ਤੋਂ ਬਾਅਦ 5 ਸਿੰਘਾਂ ਨੂੰ ਛੱਡਣ ਦੀ ਗੱਲ ਹੋਈ ਆ। ਨਾ ਤੁਸੀਂ ਅਜੇ ਤੱਕ ਐਪਲੀਕੇਸ਼ਨ ਕੋਈ ਮੂਵ ਕੀਤੀ ਆ, ਨਾ ਤੁਸੀਂ ਕੋਈ ਜੇਲ੍ਹ ਸੰਬੰਧ ਉਹਦੇ ਨਾਲ ਬਾਰੇ ਗੱਲ ਕੀਤੀ ਆ। ਲਿਆਉਣ ਦੀ ਤਾਂ ਦੂਰ ਦੀ ਗੱਲ ਆ, ਤੁਸੀਂ ਇੱਥੇ ਉਹਨਾਂ ਨਾਲ ਕੋਈ ਇੱਕ ਸੰਪਰਕ ਨਹੀਂ ਕੀਤਾ ਗਿਆ। ਹਰੇਕ ਥਾਂ ਤੇ ਤੁਸੀਂ ਦੇਖ ਸਕਦੇ ਹੋ ਲਾਰੈਂਸ ਬਿਸ਼ਨੋਈ ਦੀ ਐਡੀ ਵੱਡੀ ਇੰਟਰਵਿਊ ਹੋਈ ਆ, ਉਹ ਵੀ ਤਾਂ ਜੇਲ੍ਹਾਂ 'ਚ ਹੋਈ ਆ। ਤੁਹਾਡਾ ਉੱਥੇ ਬ੍ਰੀਚ ਆਫ ਕੰਟਰੈਕਟ ਉੱਥੇ ਹੋ ਜਾਂਦੇ ਆ, ਤੁਸੀਂ ਸਾਰਾ ਕੁਝ ਕਰ ਲੈਂਦੇ ਹੋ। ਤੁਹਾਡੇ ਲਈ ਸਿਕਿਉਰਿਟੀਜ਼ ਅਰੇਂਜ ਕਰਨੀਆਂ, ਹੁਣ ਉਹਨਾਂ ਨੂੰ ਇੱਥੇ ਲੈ ਕੇ ਆਉਣਾ ਹੋਵੇ, ਤੁਹਾਡੇ ਕੋਲ ਸਿਕਿਉਰਿਟੀਜ਼ ਅਰੇਂਜ ਹੁੰਦੀਆਂ ਨੇ। ਜੇ ਤੁਹਾਨੂੰ ਅਸੀਂ ਕਹਿ ਦਿੰਦੇ ਹਾਂ ਕਿ ਇੱਥੇ ਜਥੇਦਾਰ ਸਾਹਿਬ ਨੂੰ ਪੰਜਾਬ 'ਚ ਵਾਪਸ ਲੈ ਕੇ ਆਓ ਤਾਂ ਤੁਸੀਂ ਚੁੱਪ ਕਰ ਜਾਂਦੇ ਹੋ। ਤੁਹਾਡੇ ਤੋਂ ਸਭ ਤੋਂ ਵੱਡਾ ਰੀਜ਼ਨਸ ਤੁਸੀਂ ਕੋਰਟ 'ਚ ਤੱਕ ਇੱਥੋਂ ਤੱਕ ਰੀਜ਼ਨ ਦੇ ਚੁੱਕੇ ਹੋ ਕਿ ਸਾਡੇ ਕੋਲ ਸਿਕਿਉਰਿਟੀਜ਼ ਇੰਤਜ਼ਾਮ ਨਹੀਂ ਹੋ ਪਏ, ਤਾਂ ਕਰਕੇ ਅਸੀਂ ਛੱਡਣਾ ਚਾਹੁੰਦੇ ਹਾਂ ਕਿ ਸਾਡੇ ਤੋਂ ਅਸੀਂ ਨਹੀਂ ਲਿਆ ਸਕਦੇ, ਤਾਂ ਕਰਕੇ ਸਾਡੇ ਇਹਦੇ 'ਚ ਇਹ ਐਕਸਕਿਊਜ਼ਿਸ ਦਿੱਤੀਆਂ ਹੋਈਆਂ ਨੇ। ਬਕਾਇਦਾ ਰਿਪਲਾਈ ਦਿੱਤਾ ਹੋਇਆ, ਐਪਲੀਕੇਸ਼ਨ 'ਚ ਰਿਪਲਾਈ
ਨਹੀਂ ਕਿ ਸਾਡੇ ਤੋਂ ਸਿਕਿਉਰਿਟੀਜ਼ ਦਾ ਇੰਤਜ਼ਾਮ ਨਹੀਂ ਹੋਇਆ ਅਸੀਂ ਤਾਂ ਨਹੀਂ ਲਿਆ ਸਕਦੇ। ਔਰ ਇੱਕ ਪਾਸੇ ਤੁਸੀਂ ਜਿਹੜੇ ਗੈਂਗਸਟਰਸ ਨੇ ਉਹਨਾਂ ਨੂੰ ਤੁਸੀਂ ਲੈ ਕੇ ਖੁੱਲ੍ਹੇਆਮ ਘੁੰਮ ਰਹੇ ਹੋ, ਉਹਨਾਂ ਦੀ ਇੰਟਰਵਿਊ ਵੀ ਕਰ ਰਹੇ ਹੋ। ਸੋ ਅਸੀਂ ਜਿੰਨਾ ਚਿਰ ਇਹ ਜਿਹੜਾ ਟਾਈਮ ਦਿੱਤਾ ਗਿਆ ਸੀ ਇਹਦੇ 'ਚ ਇੱਕ ਬੜਾ ਵਧੀਆ ਕਲੀਅਰ ਮੈਸੇਜ ਹੋ ਚੁੱਕਿਆ ਕਿ ਕੱਲ੍ਹ ਨੂੰ ਨਾ ਤਾਂ ਸਰਕਾਰ ਇਹ ਬੋਲ ਸਕਦੀ ਆ ਕਿ ਸਾਨੂੰ ਮੋਰਚੇ ਨੇ ਟਾਈਮ ਨਹੀਂ ਦਿੱਤਾ, ਅਸੀਂ ਉਹਨਾਂ ਦਾ ਮੰਗਿਆ ਹੋਇਆ ਟਾਈਮ ਉਹਨਾਂ ਨੂੰ ਦਿੱਤਾ। ਉਸ ਤੋਂ ਬਾਅਦ ਜਿਹੜਾ ਐਕਸ਼ਨ ਲਿਆ ਜਾਊਗਾ ਉਹਦੀ ਕਾਰਵਾਈ ਜੋ ਅੱਗੇ ਹੋਇਆ ਜਾਊਗਾ, ਜੋ ਪੰਜਾਬ 'ਚ ਹੋਊਗਾ ਉਹਦੀ ਸਰਕਾਰ ਜ਼ਿੰਮੇਵਾਰੀ ਹੋਊਗੀ, ਨਾ ਕਿ ਮੋਰਚਾ ਜ਼ਿੰਮੇਵਾਰ ਹੋਊਗਾ। ਸੋ ਲੋਕਾਂ ਨੂੰ ਇਹ ਅਪੀਲ ਆ ਕਿ ਜਿੰਨਾ ਵੱਧ ਤੋਂ ਵੱਧ 1 ਤਰੀਕ ਦੀ ਜਿਹੜੀ ਕਾਲ ਦਿੱਤੀ ਆ ਉਸ 'ਤੇ ਪਹੁੰਚਿਆ ਜਾਵੇ ਤਾਂ ਕਿ ਅਸੀਂ ਸਰਕਾਰ ਨੂੰ ਇਹ ਦਿਖਾ ਸਕੀਏ, ਅਸੀਂ ਬੰਦੀ ਸਿੰਘਾਂ ਨੂੰ ਬਾਹਰ ਲਿਆ ਸਕੀਏ ਅਤੇ ਆਪਦਾ ਕੰਮ ਜੋ ਸਾਡਾ ਪ੍ਰਚਾਰ ਉਹ ਕਰ ਸਕੀਏ। ਗੁਰਸ਼ਰਨ ਜੀ, ਜਿੱਥੋਂ ਤੱਕ ਤੁਸੀਂ ਗੱਲ ਕਰ ਰਹੇ ਹੋ, ਆਪਣਾ ਇੱਕ ਪ੍ਰੋਗਰਾਮ ਦਿੱਤਾ ਕੌਮੀ ਇਨਸਾਫ ਮੋਰਚੇ ਨੇ, ਅੱਜ ਤੁਸੀਂ ਉਹਦੀ ਚੰਡੀਗੜ੍ਹ 'ਚ ਆ ਕੇ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਹੋ, ਪਰ ਉਸ ਦੇ ਨਾਲ ਹੀ ਜੇ ਦੇਖਿਆ ਜਾਏ ਇਸ ਟਾਈਮ 29 ਤਰੀਕ ਹੋ ਚੁੱਕੀ ਹੈ, ਅੱਜ ਮਾਰਚ 29, ਤੁਸੀਂ 31 ਤਰੀਕ ਤੱਕ ਦਾ ਤੁਹਾਨੂੰ ਟਾਈਮ ਦਿੱਤਾ ਸੀਗਾ ਸਰਕਾਰ ਨੇ, ਜਿਹੜੀਆਂ ਵੀ ਤੁਹਾਡੀਆਂ ਮੰਗਾਂ ਸੀਗੀਆਂ, ਤੁਹਾਡੀਆਂ ਮੰਤਰੀਆਂ ਦੇ ਨਾਲ ਵੀ ਜਿਹੜੀ ਹੈ ਉੱਥੇ ਮੀਟਿੰਗ ਹੋਈ ਸੀਗੀ, ਤੁਹਾਡੇ ਮੈਂਬਰਾਂ ਦੀ ਕਮੇਟੀ ਜਿਹੜੀ ਹੈਗੀ ਹੈ ਤੁਹਾਡੀ, ਉਸ ਦੇ ਨਾਲ ਹੁਣ ਪੈਰਲਲ ਜੇ ਦੇਖਿਆ ਜਾਏ ਅੱਜ ਦੀ ਘੜੀ, ਇਸ ਘੜੀ ਦੇ ਵਿੱਚ ਪੰਜਾਬ ਦੀ ਸਥਿਤੀ ਬੜੀ ਨਾਜ਼ੁਕ ਬਣੀ ਹੋਈ ਹੈ। ਅੰਮ੍ਰਿਤਪਾਲ ਨੂੰ ਲੈ ਕੇ ਉਹ ਦੂਸਰੇ ਸਾਈਡ ਤੇ ਜਿਹੜਾ ਕਾਫੀ ਜ਼ਿਆਦਾ ਉਹ ਚੱਲਿਆ ਹੋਇਆ, ਇੱਥੇ ਜਿਹੜਾ ਹੈਗਾ ਮੋਰਚਾ ਵੀ ਤੁਸੀਂ ਲਾਇਆ ਹੋਇਆ, ਤੁਸੀਂ ਇਹ ਸਾਰੇ ਵਰਤਾਰੇ ਨੂੰ ਕਿਵੇਂ ਦੇਖ ਰਹੇ ਹੋ? ਦੇਖੋ, ਜਿਹੜਾ ਅੰਮ੍ਰਿਤਪਾਲ ਵਾਲਾ ਮੁੱਦਾ ਹੈ ਜਿਹੜਾ ਉਹਨੂੰ ਪਹਿਲਾਂ ਆਪਾਂ ਇੱਕ ਸਮਝਣਾ ਚਾਹੀਦਾ, ਉਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇੱਕ ਪਹਿਲਾਂ ਸਭ ਤੋਂ ਪਹਿਲਾਂ ਇਹਨਾਂ ਨੇ ਕਿਹਾ ਕਿ ਇਹ ਭਗੌੜਾ ਹੋ ਚੁੱਕਿਆ, ਉਸ 'ਚ ਇਹ 'ਚ ਵੀ ਇਸ ਫੇਲੀਅਰ ਆਫ ਗਵਰਨਮੈਂਟ ਹੈ ਕਿ ਇੱਕ ਪਾਸੇ ਇਹ ਕਹਿ ਰਹੇ ਆ ਕਿ ਅਸੀਂ 80,000 ਪੁਲਿਸ ਵਾਲਾ ਜਿਹੜਾ ਇਹ ਬੰਦੇ ਇੱਕ ਬੰਦੇ ਨੂੰ ਲੱਭਣ ਤੇ ਲਾ ਰਹੇ ਆ, ਦੂਸਰੇ ਪਾਸੇ ਜੇ ਤੁਸੀਂ ਇੱਕ ਬੰਦੇ ਨੂੰ ਲੱਭਣ ਵਾਸਤੇ 80,000 ਬੰਦਾ ਲਾ ਸਕਦੇ ਹੋ, ਪੁਲਿਸ ਕਰਮਚਾਰੀ ਲੱਗ ਸਕਦੇ ਹੋ, ਔਰ ਫਿਰ ਵੀ ਉਹ ਬੰਦਾ ਤੁਹਾਡੇ ਕਾਬੂ ਨਾ ਹੋਵੇ, ਠੀਕ ਹੈ, ਫੜਿਆ ਗਿਆ ਨਹੀਂ ਫੜਿਆ ਗਿਆ ਉਹ ਅਲੱਗ ਕੰਸੈਪਟ ਹੈ। ਉਸ ਤੋਂ ਬਾਅਦ ਅੱਜ ਤੱਕ ਕੋਈ ਵੀ ਐਸੀ ਗੱਲ ਇਹਨਾਂ ਨੇ ਕਲੀਅਰ ਕੀਤੀ ਹੋਵੇ ਜਿੱਥੇ ਕੋਈ ਨਸ਼ਾ ਵਿਕਾਊ ਜਿਹੜੇ ਵੇਚਦੇ ਪਏ ਆ ਉਹਨਾਂ ਦੇ ਖਿਲਾਫ ਐਡੀ ਵੱਡੀ ਕਾਰਵਾਈ ਕੀਤੀ ਗਈ। ਪਿਛਲੇ 10-15 ਦਿਨ ਤੋਂ ਇੱਕ ਬੰਦੇ ਦੇ ਪਿੱਛੇ ਆਪਾਂ ਮੀਡੀਆ ਦੇਖ ਰਹੇ ਹਾਂ, ਆਪਾਂ ਹਰੇਕ ਚੈਨਲ ਦੇਖ ਰਹੇ ਹਾਂ, ਇੱਥੋਂ ਤੱਕ ਕਿ ਨੈਸ਼ਨਲ ਚੈਨਲਸ ਜਿਹੜੇ ਕਿਸੇ ਗੱਲ ਨੂੰ ਨਹੀਂ ਲੈ ਰਹੇ, ਉਹ ਇੱਕ ਸਾਬਤ ਕਰਨਾ ਚਾਹੁੰਦੇ ਆ ਕਿ ਪੰਜਾਬ 'ਚ ਜਿਹੜੇ ਸਿੱਖਾਂ ਦੇ ਜਿਨ੍ਹਾਂ ਦੇ ਸਿਰਾਂ ਤੇ ਪੱਗਾਂ ਨੇ ਉਹ ਸਿਰਫ ਅੱਤਵਾਦੀ ਦਾ ਰੂਪ ਲੈ ਸਕਦੇ ਨੇ, ਉਹ ਸਿਰਫ ਅੱਤਵਾਦੀ ਦੀ ਗੱਲਾਂ ਕਰਦੇ ਨੇ। ਸੋ ਕਿੱਡਾ ਵੱਡਾ ਇੱਕ ਪੈਨਿਕ ਆਮ ਇਨਸਾਫ ਦੇ ਜਿਹੜਾ ਮਨ 'ਚ ਕ੍ਰੀਏਟ ਕਰੀ ਜਾਂਦੇ ਨੇ ਕਿ ਜਿਹੜੇ ਇੱਕ ਫਿਰ ਸਰਕਾਰ ਜਿਹੜੀ ਲੋਕਲ ਗਵਰਨਮੈਂਟ ਹੈ, ਪੰਜਾਬ ਗਵਰਨਮੈਂਟ ਦਾ ਕਿੱਡਾ ਵੱਡਾ ਫੇਲੀਅਰ ਹੈ ਕਿ ਇਹਨਾਂ ਨੇ ਆਪਦੇ ਹੱਥ 'ਚ ਇਹ ਚੀਜ਼ ਸਿਚੁਏਸ਼ਨ ਆਪਦੇ ਹੱਥ 'ਚ ਨਹੀਂ ਲਈ, ਇਹਨਾਂ ਨੇ ਸੈਂਟਰ ਤੇ ਜਾ ਕੇ ਗੋਡਿਆਂ 'ਚ ਬੈਠ ਕੇ ਕਿ ਸਾਨੂੰ ਹੈਲਪ ਦੀ ਲੋੜ ਹੈ। ਇੱਕ ਪਾਸੇ ਤੁਸੀਂ ਇਹ ਕ੍ਰੀਏਟ ਕਰਦੇ ਹੋ ਸਾਡੀ ਸੈਂਟਰ ਨਾਲ ਬਿਲਕੁਲ ਨਹੀਂ ਬਣਦੀ, ਔਰ ਤੁਹਾਡੇ ਤੋਂ ਆਪਦੇ ਸਟੇਟ ਦੀ ਜੇ ਸਿਚੁਏਸ਼ਨ ਸੰਭਾਲੀ ਨਹੀਂ ਜਾਂਦੀ, ਜੇ ਤੁਹਾਡੇ ਨਾਲ ਉਹਦੇ ਨਾਲ ਤੁਸੀਂ ਕਲੀਅਰ ਨਹੀਂ ਹੋ ਤਾਂ ਤੁਸੀਂ ਆਪਦੇ ਆਪ ਨੂੰ ਸਿਲੰਡਰ ਕਰ ਦਿਓ ਨਾ, ਤੁਸੀਂ ਛੱਡ ਦਿਓ, ਸਰਕਾਰਾਂ ਛੱਡ ਦਿਓ। ਇਹ 'ਚ ਜੇ ਤੁਹਾਡੇ ਤੋਂ ਆਪਦਾ ਘਰ ਨਹੀਂ ਸੰਭਾਲਿਆ ਜਾ ਰਿਹਾ ਫਿਰ ਤੁਸੀਂ ਬਾਹਰ ਜਾ ਕੇ ਹੈਲਪ ਲੈਣਾ ਚਾਹੁੰਦੇ ਹੋ। ਦੂਸਰੇ ਪਾਸੇ ਤੁਸੀਂ ਇੱਕ ਆਮ ਪਬਲਿਕ ਆ ਉਹਨਾਂ ਦੇ ਮਨ 'ਚ ਤੁਸੀਂ ਐਡਾ ਵੱਡਾ ਡਰ ਕ੍ਰੀਏਟ ਕਰਤਾ, ਐਡੀ ਵੱਡੀ ਸਿਚੁਏਸ਼ਨ ਹੈ ਸੀ ਕਿ ਜੋ ਤੁਸੀਂ NSA ਇਹ ਐਡੇ ਤਗੜੇ ਕੇਸਿਸ ਉਹਨਾਂ ਤੇ ਲਾਈ ਜਾ ਰਹੇ ਹੋ, ਡਰਾ ਪੈਦਾ ਕਰ ਰਹੇ ਹੋ। ਆਮ ਪਬਲਿਕ ਕਿਸੇ ਨੂੰ ਪੁੱਛ ਸਕਦੇ ਹੋ ਤੁਸੀਂ ਕਿ ਉਹ ਘਰੋਂ ਜਵਾਕਾਂ ਨੂੰ ਬਾਹਰ ਨਹੀਂ ਕੱਢ ਰਹੇ। ਅੱਜ ਕੱਲ੍ਹ ਹਰੇਕ ਦੇ ਮਨ 'ਚ ਡਰ ਹੈ ਕਿ ਸਾਡੇ ਜਵਾਕ ਤੇ ਕੋਈ ਨਾ ਕੋਈ NSA ਲੱਗ ਜਾਊ ਜਾਂ ਕੋਈ ਐਸਾ ਐਕਟ ਲਾ ਕੇ ਅੰਦਰ ਕਰ ਦੇਣਗੇ। ਇੱਥੋਂ ਤੱਕ ਕਿ ਜਿਨ੍ਹਾਂ ਨੇ ਫੋਟੋਆਂ ਖਿਚਵਾਈਆਂ ਨੇ ਅੰਮ੍ਰਿਤਪਾਲ ਨਾਲ, ਇੱਕ ਆਪਾਂ ਕਹਿ ਦਈਏ ਦੌਰ ਸੀਗਾ ਉਹਨਾਂ ਦੇ ਨਾਲ ਆਮ ਪਬਲਿਕ ਕੋਈ ਵੀ ਉੱਠ ਕੇ ਫੋਟੋ ਖਿਚਾ ਸਕਦੀ, ਕੋਈ ਕਮੈਂਟ ਕਰ ਸਕਦੀ ਸੀ ਉਹਨਾਂ ਨਾਲ, ਪਰ ਇਹ ਚੀਜ਼ਾਂ ਨੋਟਿਸ ਅੱਜ ਤੱਕ ਨਹੀਂ ਆਪਾਂ ਦੇਖੀਆਂ ਕਿ ਜਿਨ੍ਹਾਂ ਨੇ ਕਮੈਂਟ ਕੀਤੇ ਨੇ, ਜਿਨ੍ਹਾਂ ਨੇ ਪੋਸਟਾਂ ਪਾਈਆਂ ਨੇ, ਜਿਨ੍ਹਾਂ ਨੇ ਫੋਟੋਆਂ ਖਿਚਾਈਆਂ, ਉਹਨਾਂ ਨੂੰ ਤੁਸੀਂ ਚੱਕ ਕੇ ਜੇਲ੍ਹਾਂ 'ਚ ਸੁੱਟੀ ਜਾਂਦੇ ਹੋ। ਸੋ ਕਿੱਡਾ ਵੱਡਾ ਮਾੜੀ ਗੱਲ ਹੈ ਪੰਜਾਬ ਵਾਸਤੇ, ਪੰਜਾਬ ਦੀ ਗਵਰਨਮੈਂਟ ਵਾਸਤੇ, ਇਹ ਪੁਲਿਸ ਪ੍ਰਸ਼ਾਸਨ ਵਾਸਤੇ, ਸਾਰੇ ਜਿਹੜਾ ਪ੍ਰਬੰਧਕ ਨੇ ਇਹਨਾਂ ਵਾਸਤੇ ਕਿੱਡੀ ਮਾੜੀ ਗੱਲ ਹੈ ਕਿ ਇੱਕ ਤੁਸੀਂ ਆਮ ਪਬਲਿਕ ਨੂੰ ਕਿੰਨਾ ਹਰਾਸ ਕਰੀ ਜਾਂਦੇ ਹੋ, ਕਿੰਨੀ ਹਰਾਸਮੈਂਟ ਆਮ ਪਬਲਿਕ ਵਾਸਤੇ ਹੈਗੀ ਆ। ਸਿੰਘ ਜੀ, ਜਿਹੜਾ ਅੱਜ ਦੀ ਜੇ ਗੱਲ ਹੁਣੀ ਕਰ ਲਈ ਆਪਾਂ ਤਾਂ ਕੌਮੀ ਇਨਸਾਫ ਮੋਰਚਾ ਇੱਕ ਕਾਲ ਦੇ ਰਿਹਾ, ਉਸ ਦੇ ਨਾਲ ਹੀ ਅੰਮ੍ਰਿਤਪਾਲ ਜਿਹੜੇ ਨੇ ਉਹਨਾਂ ਦੀ ਜਿਹੜੀ ਜਥਾ ਹੈਗਾ ਉਹਨਾਂ ਨੇ ਤੁਹਾਨੂੰ ਸਪੋਰਟ ਕੀਤੀ ਇਸ ਦੇ ਵਿੱਚ, ਕੌਮੀ ਇਨਸਾਫ ਮੋਰਚੇ ਦੇ ਵਿੱਚ ਜਥਾ ਉੱਥੇ ਤੁਹਾਡਾ ਇੱਕ ਲਿੰਕਡ ਰਿਹਾ। ਦੂਸਰੀ ਗੱਲ ਹੈਗੀ ਹੈ ਸਭ ਤੋਂ ਵੱਡੀ ਜਿਹੜੀ ਹੈਗੀ ਹੈ ਉਹ ਇਹ ਹੈਗੀ ਹੈ ਕਿ ਹੁਣ ਜਿਹੜੇ ਹਾਲਾਤ ਬਣੇ ਹੋਏ ਆ ਉਹਨਾਂ ਹਾਲਾਤਾਂ ਦੇ ਵਿੱਚ ਅੱਜ ਤਲਵੰਡੀ ਸਾਬੋ, ਬਠਿੰਡਾ ਤੇ ਉਧਰ ਅੰਮ੍ਰਿਤਸਰ, ਉੱਥੇ ਜਿਹੜਾ ਕਾਫੀ ਨਫਰੀ ਜਿਹੜੀ ਹੈ ਉਹ ਪੁਲਿਸ ਦੀ ਤੇ ਜਿਹੜੀ ਪੁਲਿਸ ਦਸਤਿਆਂ ਦੀ ਉਹ ਵਧਾ ਦਿੱਤੀ ਗਈ ਹੈ। ਇਸ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖ ਰਹੇ ਹੋ ਇਸ ਟਾਈਮ? ਦੇਖੋ, ਉਹੀ ਹੈ ਕਿ ਇਹ ਪੈਨਿਕ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪੂਰੀ ਤਰ੍ਹਾਂ ਪਬਲਿਕ 'ਚ ਡਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਤਾਂ ਕਿ ਪਬਲਿਕ ਜਿਹੜੀ ਪੰਜਾਬ ਦੀ ਪਬਲਿਕ ਆ ਉਹ ਡਰੇ। ਆਮ ਜਿਹੜੇ ਐਸੇ ਅੰਦੋਲਨ ਨੇ,
ਫੋਕਸ ਹੈ ਕਿ ਇਨਡਾਇਰੈਕਟਲੀ ਇਹ ਜਿਹੜੇ ਐਸੇ ਅੰਦੋਲਨ ਚੱਲ ਰਹੇ ਨੇ, ਜਿਹੜੇ ਇੱਕ ਕੌਮੀ ਇਨਸਾਫ ਮੋਰਚਾ ਜਿਵੇਂ, ਇਹਨਾਂ ਤੱਕ ਪਬਲਿਕ ਨਾ ਪਹੁੰਚ ਸਕੇ। ਜਦੋਂ ਡਰ ਪੈਦਾ ਹੋਊਗਾ ਤਾਂ ਲੋਕ ਘਰਾਂ 'ਚੋਂ ਨਾ ਨਹੀਂ ਨਿਕਲਣਗੇ, ਪਰਚਿਆਂ ਤੋਂ ਡਰਨਗੇ, FIRs ਤੋਂ ਡਰਦੇ ਹੋਏ ਲੋਕ ਆਪਣੇ ਘਰਾਂ 'ਚ ਬੈਠ ਜਾਣਗੇ। ਬੇਸਿਕਲੀ ਜਿਹੜਾ ਪੰਜਾਬ ਦਾ ਇਹ ਜਿਹੜਾ ਸਰਕਾਰ ਦਾ ਏਜੰਡਾ ਹੈ, ਜਿਨ੍ਹਾਂ ਗੱਲਾਂ ਤੋਂ ਮੁੱਕਰ ਚੁੱਕੇ ਨੇ, ਆਪਦਿਆਂ ਕੀਤੇ ਹੋਏ ਵਾਅਦਿਆਂ ਤੋਂ ਪਿੱਛੇ ਹਟ ਗਏ ਨੇ, ਇਹ ਹੁਣ ਇਹਨਾਂ ਨੂੰ ਪਤਾ ਹੈ ਕਿ 1 ਤਰੀਕ ਤੋਂ ਵੱਡੇ ਐਕਸ਼ਨ ਲਏ ਜਾਣਗੇ ਸਾਡੇ ਖਿਲਾਫ। ਸੋ ਇਹ ਗਵਰਨਮੈਂਟ ਜਿਹੜੀ ਹੈ ਇਹ ਇਨਡਾਇਰੈਕਟਲੀ ਇਸ ਮੋਰਚੇ ਦੇ ਉੱਤੇ ਫੋਕਸ ਕਰ ਰਹੀ ਹੈ ਔਰ ਉਹ ਆਮ ਪਬਲਿਕ ਨੂੰ ਡਰਾਉਣਾ ਚਾਹੁੰਦੀ ਹੈ ਕਿ ਤਾਂ ਕਿ ਇੱਥੇ ਨਾ ਪਹੁੰਚੇ। ਅਸੀਂ ਤੁਹਾਨੂੰ ਕਲੀਅਰ ਕਰੀਏ ਕਿ ਕੱਲ ਦਾ ਜਦੋਂ ਦਾ ਹੀ ਮੈਸੇਜ ਇਹ ਫਲੈਸ਼ ਕੀਤਾ ਕਿ ਅਸੀਂ 1 ਤਰੀਕ ਤੋਂ ਇਹ ਜੋ ਪ੍ਰੋਗਰਾਮ ਦੇਣਾ ਚਾਹੁੰਦੇ ਆ, ਉਸ ਤੋਂ ਬਾਅਦ ਪੰਜਾਬ ਦੇ ਵਿੱਚ ਇੰਨਾ ਕੁ CID ਵਗੈਰਾ ਔਰ ਇੰਨਾ ਫੈਲ ਚੁੱਕੀ ਹੈ ਕਿ ਅਸੀਂ ਇੱਥੋਂ ਤੱਕ ਕਿ ਪ੍ਰੈਸ ਕਾਨਫਰੰਸ ਵਾਸਤੇ ਸਾਨੂੰ ਹਰ ਥਾਂ ਤੇ ਰੋਕਿਆ ਜਾ ਸਕਦਾ, ਹਰ ਥਾਂ ਤੇ ਰੋਕਿਆ ਜਾ ਰਿਹਾ। ਜਿੱਥੇ ਅਸੀਂ ਫੋਨ ਕੀਤਾ, ਇਸ ਤੋਂ ਪਹਿਲਾਂ ਪ੍ਰੈਸ ਕਲੱਬ ਤੋਂ ਪਹਿਲਾਂ ਜਿੱਥੇ ਫੋਨ ਕੀਤਾ, ਉਹਨਾਂ ਨੇ ਪਹਿਲਾਂ ਹਾਂ ਕਰਕੇ ਸਾਰਿਆਂ ਨੇ ਸਾਨੂੰ ਜਵਾਬ ਦੇ ਦਿੱਤਾ, ਇਹ ਕਹਿ ਕੇ ਕਿ ਸਾਨੂੰ ਸਰਕਾਰਾਂ ਨੇ ਮਨਾ ਕਰ ਦਿੱਤਾ ਕਿ ਤੁਸੀਂ ਇੱਥੇ ਕਾਨਫਰੰਸ ਨਹੀਂ ਹੋਣ ਦੇਣੀ। ਤਾਂ ਕਿੱਡੀ ਮਾੜੀ ਗੱਲ ਹੈ ਕਿ ਇੱਕ ਪਾਸੇ ਤੁਸੀਂ ਵਾਅਦਿਆਂ ਤੋਂ ਮੁੱਕਰ ਰਹੇ ਹੋ ਔਰ ਦੂਸਰੇ ਪਾਸੇ ਤੁਸੀਂ ਐਸੇ ਐਕਸ਼ਨ ਲੈ ਰਹੇ ਹੋ ਔਰ ਐਸੀ ਮਾੜੀ ਗੱਲਾਂ ਕਰ ਰਹੇ ਹੋ। CM ਦਾ ਬਿਆਨ ਆਇਆ, ਉਧਰ ਜਥੇਦਾਰ ਜਿਹੜੇ ਅਕਾਲ ਤਖਤ ਨੇ ਉਹਨਾਂ ਦਾ ਬਿਆਨ ਆਇਆ, ਆਪਸ ਦੇ ਵਿੱਚ ਮਤਲਬ ਉਹਨਾਂ ਦੀ ਕਹਿ ਸਕਦੇ ਹਾਂ ਕਿ ਐਕਸਚੇਂਜ ਹੋਏ ਜਿਹੜੇ ਬਿਆਨ ਸੀਗੇ, ਸਟੇਟਮੈਂਟ ਸੀਗੇ, ਉਸ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਕੀ ਸੋਚਦਾ ਹੈ? ਜਿਹੜਾ ਜਥੇਦਾਰ ਦਾ ਬਿਆਨ ਹੈ ਜੀ, ਪਹਿਲੀ ਗੱਲ ਤਾਂ ਅਸੀਂ ਉਸ ਨੂੰ ਜਥੇਦਾਰ ਨਹੀਂ ਮੰਨਦੇ। ਇਸ ਕੌਮੀ ਇਨਸਾਫ ਮੋਰਚੇ ਤੋਂ ਇਹ ਕਲੀਅਰ ਹੈ ਕਿ ਅਸੀਂ ਉਹਨਾਂ ਨੂੰ ਜਥੇਦਾਰ ਨਹੀਂ ਮੰਨਦੇ। ਉਹ ਬੜੀ ਹਾਸੇ ਹੋਣੀ ਗੱਲ ਹੈ ਕਿ ਤੁਸੀਂ ਜਿਹੜਾ ਸਟੇਟਮੈਂਟ ਦੇ ਰਹੇ ਹੋ ਕਿ 24 ਘੰਟਿਆਂ ਦਾ ਟਾਈਮ ਦੇ ਰਹੇ ਹੋ, ਨਾ ਤਾਂ ਉਹਨੂੰ ਮੈਂ ਇਹ ਕਹਿ ਰਿਹਾ ਕਿ ਪ੍ਰੈਕਟੀਕਲ ਉਹ ਸਹੀ ਹੈ ਟਾਈਮ ਦੇਣਾ 24 ਘੰਟੇ, ਜਾਂ ਤੁਸੀਂ 24 ਘੰਟੇ ਟਾਈਮ ਹੀ ਨਾ ਦਿਓ, ਸਿੱਧਾ ਆਪਦਾ ਐਕਸ਼ਨ ਆਫ ਕਾਜ਼ ਜੋ ਤੁਹਾਡਾ ਹੈਗਾ ਤੁਸੀਂ ਉਹ ਕਰੋ। ਔਰ ਦੂਸਰਾ, ਸਰਕਾਰਾਂ ਇੱਕ ਪਾਸੇ ਭਗਵੰਤ ਮਾਨ ਦਾ ਟਵੀਟ ਆ ਰਿਹਾ ਕਿ ਇਹ ਬਾਦਲਾਂ ਦੇ ਬੰਦੇ ਆ, ਦੂਸਰੇ ਪਾਸੇ ਤੁਸੀਂ ਇੱਕ ਪਾਸੇ ਆਪ ਹੀ ਤੁਸੀਂ ਪੈਨਿਕ ਕ੍ਰੀਏਟ ਕਰ ਰਹੇ, ਆਪ ਲੋਕਾਂ 'ਚ ਤੁਸੀਂ ਡਰਾ ਪੈਦਾ ਕਰ ਰਹੇ ਹੋ ਔਰ ਤੁਸੀਂ ਆਪਸ 'ਚ ਹੀ ਖੇਡੀ ਜਾਂਦੇ ਹੋ। ਇਹਦਾ ਮਤਲਬ ਇਹ ਕਿ ਤੁਸੀਂ ਇੱਕ ਪਾਸੇ ਆਪ ਦਾ ਕੰਮ ਕਰ ਰਹੇ, ਇੱਕ ਵਾਰ ਟਵੀਟ ਕਰ ਰਿਹਾ, ਦੂਜਾ ਉਹ ਜੋ ਸਿਚੁਏਸ਼ਨ ਹੈ ਪੰਜਾਬ ਦੀ ਉਹਨੂੰ ਕੋਈ ਸੰਭਲ ਦੀ ਕੋਸ਼ਿਸ਼ ਨਹੀਂ ਕਰ ਰਿਹਾ। ਜੇ ਜਥੇਦਾਰ ਸਾਹਿਬ ਇਹ ਕੰਮ ਕਰਨਾ ਚਾਹੁੰਦੇ ਆ, ਵਾਕਈ ਸਰਕਾਰ ਲੈਣਾ ਚਾਹੁੰਦੇ ਆ, ਪਿੱਛੇ ਕੱਲ ਇਹਨਾਂ ਨੇ ਬਜਟ ਪੇਸ਼ ਕੀਤਾ, ਮੈਨੂੰ ਬੜਾ ਪੜ੍ਹ ਕੇ ਹਾਸਾ ਆਇਆ ਉਹਦੇ 'ਚ। ਇਹਨਾਂ ਨੇ ਐਜੂਕੇਸ਼ਨ ਵਾਸਤੇ ਔਰ ਸਿੱਖਾਂ ਵਾਸਤੇ 1 ਕਰੋੜ ਤੇ 60 ਲੱਖ ਰੁਪਇਆ ਰੱਖਿਆ ਜਿਹੜਾ, ਔਰ ਟੋਟਲ ਆਈ ਥਿੰਕ ਕਿ 1138 ਕਰੋੜ ਦੇ ਬਜਟ ਵਿੱਚੋਂ 1 ਕਰੋੜ ਤੇ 60 ਲੱਖ ਰੁਪਇਆ ਸਿਰਫ, ਔਰ ਬਾਕੀ ਬਜਟ ਕਿੱਥੇ ਯੂਜ਼ ਕੀਤਾ? ਜਿੱਥੇ ਸਾਨੂੰ ਮੁੱਢਲੀ ਸਿੱਖਿਆ ਚਾਹੀਦੀ ਹੈ, ਲੋਕਾਂ ਨੂੰ ਇੱਕ ਸਿਹਤ ਵਾਸਤੇ ਇੱਕ ਤੁਹਾਨੂੰ ਸਟਰੋਂਗ, ਜੇ ਤੁਸੀਂ ਪਿੱਲਰ ਖੜੇ ਕਰਨੇ ਆ ਤਾਂ ਤੁਹਾਨੂੰ ਐਜੂਕੇਸ਼ਨ ਇੱਕ ਬਹੁਤ ਵੱਡਾ ਆਪਾਂ ਕਹਿ ਸਕਦੇ ਹਾਂ। ਸੋ ਇਹਨਾਂ ਨੇ ਉਹ ਛੱਡ ਕੇ ਬਾਕੀ ਸਾਰਿਆਂ ਤੇ ਫੋਕਸ ਕਰਤਾ, ਉਹਨਾਂ ਤੇ ਤੁਸੀਂ ਕਲੀਅਰ ਹੀ ਨਹੀਂ ਕੀਤਾ। ਸੋ ਜਿਹੜੀਆਂ ਚੀਜ਼ਾਂ ਨੂੰ ਤੁਸੀਂ ਲੈਣਾ ਚਾਹੁੰਦੇ ਹੋ, ਜਿਹੜੀਆਂ ਚੀਜ਼ਾਂ ਨੂੰ ਤੁਸੀਂ ਅੱਗੇ ਵਧਾਉਣਾ ਚਾਹੁੰਦੇ ਹੋ, ਉਹਨਾਂ ਨੂੰ ਤੁਸੀਂ ਪਿੱਛੇ ਰੱਖਿਆ ਹੋਇਆ ਔਰ ਬਾਕੀਆਂ ਚੀਜ਼ਾਂ ਨੂੰ ਤੁਸੀਂ ਅੱਗੇ ਵਧਾਈ ਜਾ ਰਹੇ ਹੋ। ਜਦੋਂ ਆਪਾਂ ਗੱਲ ਕਰ ਲਈਏ ਅਕਾਲੀ ਦਲ ਦੀ ਗੱਲ ਕਰ ਲਈਏ, ਕਿਉਂਕਿ ਉਹ ਵੀ ਐਕਟਿਵ ਹੋਏ ਨੇ, ਔਰ ਖਾਸ ਕਰਕੇ ਜੇ ਗੱਲ ਕਰੀਏ ਤੇ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਹੈ, ਪਰ ਮੋਟੇ ਤੌਰ ਤੇ ਅਕਾਲੀ ਦਲ ਦਾ ਕਹਿਣਾ ਹੈਗਾ ਕਿ ਬਹੁਤ ਹੀ ਟੈਂਪੋਰਲ ਸੀਟ ਹੈਗੀ ਹੈ ਔਰ ਵੈਸੇ ਵੀ ਸਿੱਖਾਂ ਦੀ ਟੈਂਪੋਰਲ ਸੀਟ ਹੈਗੀ ਹੈ, ਤੇ ਉਸ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ? ਦੂਸਰੀ ਗੱਲ ਹੈ, ਅਕਾਲੀ ਦਲ ਨੇ ਇੱਕ ਬਿਆਨ ਦਿੱਤਾ ਹੈ ਕਿ ਜੋ CM ਨੇ ਕਿਹਾ ਹੈ ਉਸ ਦੇ ਲਈ ਸੰਗਤ ਤੋਂ ਵੀ ਤੇ ਅਕਾਲ ਤਖਤ ਤੋਂ ਵੀ ਮਾਫੀ ਮੰਗਣ। ਦੇਖੋ, ਅਕਾਲੀ ਦਲ ਇਸ ਟਾਈਮ ਉਹ ਮੱਛਲੀ ਹੋ ਚੁੱਕੀ ਹੈ ਜੋ ਮਰਦੇ ਹੋਏ ਐਂਡ ਪਾਣੀ ਦਾ ਲੱਭ ਰਹੀ ਹੈ, ਠੀਕ ਹੈ ਨਹੀਂ? ਅਕਾਲੀ ਦਲ ਨੂੰ ਪਤਾ ਹੈ ਕਿ ਸਾਡੀਆਂ ਦੁਆਰਾ ਜੜ੍ਹਾਂ ਲੱਗਣੀਆਂ ਬਹੁਤ ਔਖੀਆਂ ਨੇ। ਸੋ ਇਸ ਕਰਕੇ ਅਕਾਲੀ ਦਲ ਹਰ ਇੱਕ ਥਾਂ ਤੇ ਹੁਣ ਪੂਰਾ ਸੰਘਰਸ਼ ਕਰ ਰਹੀ ਹੈ ਤਾਂ ਕਿ ਅਸੀਂ ਆਪਦੀਆਂ ਜੜ੍ਹਾਂ ਲਾ ਸਕੀਏ, ਦੁਬਾਰਾ ਪੰਜਾਬ 'ਚ ਆ ਸਕੀਏ। ਸੋ ਇਸ ਤੇ ਬਹੁਤ ਵੱਡੇ, ਤੁਹਾਨੂੰ ਵੀ ਪਤਾ ਕਿ ਅੱਜ ਕੱਲ੍ਹ ਬਹੁਤ ਜੋਕਸ ਬਣ ਰਹੇ ਨੇ ਇਸ ਅਕਾਲੀ ਦਲ ਦੀ ਵਾਪਸ ਸਰਕਾਰ ਆਉਣ ਤੇ। ਸੋ ਜਿਹੜਾ ਸਰਕਾਰ ਦਾ ਇਹਨਾਂ ਨੇ, ਅਕਾਲੀ ਦਲ ਨੇ ਇਹ ਗੱਲ ਕੀਤੀ ਹੈ ਕਿ ਭਗਵੰਤ ਮਾਨ ਨੂੰ ਮਾਫੀ ਮੰਗਣੀ ਚਾਹੀਦੀ ਹੈ। ਉਸ ਤੇ ਇਹ ਹੈ ਕਿ ਭਗਵੰਤ ਮਾਨ ਨੂੰ ਜੋ ਗੱਲ ਕਰਨ ਤੋਂ ਪਹਿਲਾਂ ਮੈਂ ਸੋਚ ਰਿਹਾ ਕਿ ਉਹਨਾਂ ਨੂੰ CM ਦਾ ਚਿਹਰਾ ਹੈ, ਉਹਨਾਂ ਨੂੰ ਸੋਚਣਾ ਚਾਹੀਦਾ ਬੋਲਣ ਤੋਂ ਪਹਿਲਾਂ। ਉਹ ਹਰ ਇੱਕ ਗੱਲ ਤੇ ਉੱਠ ਕੇ ਕਮੈਂਟ ਕਰ ਲੈਂਦੇ ਦੇ। ਪਿੱਛੇ ਜੇ ਵਿਧਾਨ ਸਭਾ ਵਿੱਚ ਬਹੁਤ ਇਹ ਗੱਲਾਂ ਦੇਖਣ ਨੂੰ ਮਿਲੀਆਂ ਹੈ ਕਿ ਇੱਕ CM ਹਰੇਕ ਗੱਲ ਤੇ ਉੱਠ ਕੇ ਕਮੈਂਟ ਕਰਨ ਲੱਗ ਪੈਂਦੇ ਸੀਗੇ। ਸੋ ਐਡਾ ਵੱਡੀ ਚੇਅਰ ਤੇ ਬੈਠ ਕੇ, ਐਡੇ ਵੱਡੇ ਅਹੁਦੇ ਤੇ ਬੈਠ ਕੇ ਤੁਸੀਂ ਐਸੀਆਂ ਗੱਲਾਂ ਕਰਦੇ, ਹਾਸਾ ਹੋਣੀ ਲੱਗਦੀਆਂ ਨੇ। ਉਹਨਾਂ ਨੂੰ ਐਸਾ ਇੱਕ ਸੋਚ ਸਮਝ ਕੇ ਜੋ ਵਜ਼ਨਫੁੱਲ, ਜਿਹਨੂੰ ਆਪਾਂ ਕਹਿ ਦਈਏ ਟਾਕ ਹੁੰਦੀ ਹੈ, ਉਹ ਕਰਨੀ ਚਾਹੀਦੀ ਹੈ, ਨਾ ਕਿ ਹਰੇਕ ਗੱਲ ਤੇ ਉੱਠ ਕੇ ਟਿੱਪਣੀਆਂ ਕਰਨੀਆਂ। ਤੁਹਾਡਾ ਮੋਰਚਾ ਜਿਹੜਾ ਹੈਗਾ, ਖਾਸ ਕਰਕੇ ਜਿਹੜੀ ਤੁਹਾਡੀ ਮੰਗਾਂ ਹੈਗੀਆਂ, 5 ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਹੋ ਤੁਸੀਂ, ਜਾਂ ਫਿਰ ਜਗਤਾਰ ਹਵਾਰਾ ਨੂੰ ਇੱਥੇ ਲਿਆਉਣ ਦੀ ਗੱਲ ਕਰਦੇ ਹੋ, ਉਹਦੇ ਲਈ ਵੀ ਸਰਕਾਰਾਂ ਦੇ ਨਾਲ ਹੀ ਤੁਸੀਂ ਮੀਟਿੰਗਸ ਕੀਤੀਆਂ ਨੇ, ਇੱਕ ਗੱਲ। ਦੂਜੀ ਗੱਲ, ਜਿਹੜਾ ਤੁਸੀਂ ਅੱਜ ਏਜੰਡਾ ਦਿੱਤਾ ਹੈ ਉਹਨੂੰ ਜਰਾ ਇੱਕ ਵਾਰੀ ਫਿਰ ਕਲੀਅਰ ਕਰ ਦਿਓ ਕਿ ਤੁਸੀਂ 1 ਤਰੀਕ ਨੂੰ ਕੀ ਕਰਨਾ ਔਰ 3 ਤਰੀਕ ਨੂੰ ਕੀ ਕਰਨਾ। ਇੱਕ ਜਿਹੜਾ ਅਸੀਂ ਸਰਕਾਰਾਂ ਨਾਲ ਗੱਲਾਂ ਕੀਤੀਆਂ, ਇਹ ਇੱਕ ਆਪਾਂ ਕਹਿ ਦਈਏ ਪ੍ਰੋਸੀਜਰ ਹੈ। ਸੋ ਗਵਰਨਮੈਂਟ ਜੋ ਔਨ
ਪਾਵਰਸ ਨੇ, ਜਿਹੜੇ ਬੰਦੇ ਪਾਵਰਸ ਨੇ ਉਹਦੇ ਨਾਲ ਹੀ ਗੱਲ ਕਰਨੀ ਪੈਣੀ ਹੈ। ਇਹ ਕਲੀਅਰ ਹੈ, ਇਸ ਕਰਕੇ ਉਹਨਾਂ ਨਾਲ ਗੱਲ ਕਰਨੀ ਹੀ ਪਊਗੀ। ਸੋ ਜਿਹੜਾ ਦੂਸਰਾ ਏਜੰਡਾ 1 ਤਰੀਕ ਦਾ, 1 ਤਰੀਕ ਨੂੰ ਅਸੀਂ ਕਾਲ ਦਿੱਤੀ ਹੈ। ਜਿਹੜਾ ਪੰਜਾਬ ਸਰਕਾਰ ਵੱਲੋਂ ਸਾਨੂੰ ਇਹ ਵਾਅਦੇ ਕੀਤੇ ਗਏ ਸੀਗੇ ਕਿ ਅਸੀਂ 31 ਮਾਰਚ ਤੱਕ ਤੁਹਾਡੀਆਂ ਮੰਗਾਂ ਪੂਰੀਆਂ ਕਰਾਂਗੇ। ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਨੂੰ ਵਾਪਸ ਲੈ ਕੇ ਆਵਾਂਗੇ, 5 ਸਿੰਘਾਂ ਨੂੰ ਅਸੀਂ ਬਰੀ ਕਰਾਂਗੇ। ਨਾ ਉਹਦੇ ਵਿੱਚ ਨਾ ਇਹਨਾਂ ਨੇ ਕੋਈ ਆਪਦਾ ਅਜੇ ਤੱਕ ਐਕਸ਼ਨ ਕਾਜ਼ ਕੀਤਾ, ਨਾ ਜਥੇਦਾਰ ਸਾਹਿਬ ਨੂੰ ਪੰਜਾਬ 'ਚ ਲਿਆਂਦਾ ਗਿਆ। ਸੋ ਇਸ ਕਰਕੇ 1 ਤਰੀਕ ਨੂੰ 1 ਅਪ੍ਰੈਲ ਨੂੰ ਬਹੁਤ ਵੱਡਾ ਮਾਰਚ ਕੱਢਿਆ ਜਾ ਰਿਹਾ। ਸਾਰੇ ਪੰਜਾਬ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਇੱਥੇ ਪਹੁੰਚਿਆ ਜਾਵੇ ਬੰਦੇ ਕੌਮੀ ਇਨਸਾਫ ਮੋਰਚੇ 'ਚ, ਤਾਂ ਕਿ ਅਸੀਂ ਇਹ 11 ਵਜੇ ਅਸੀਂ ਸ਼ੁਰੂ ਕਰਨਾ। 11 ਵਜੇ ਦੀ ਕਾਲ ਹੈ, 11 ਵਜੇ ਤੱਕ 1 ਅਪ੍ਰੈਲ ਨੂੰ ਇੱਥੇ ਪਹੁੰਚਿਆ ਜਾਵੇ। ਉਸ ਤੋਂ ਬਾਅਦ ਜਿਹੜਾ 31 ਸਿੰਘਾਂ ਦਾ ਜੱਥਾ ਜਿਹੜਾ ਜਾਂਦਾ ਹੁੰਦਾ ਸੀਗਾ ਉਹਨੂੰ ਮੁਲਤਵੀ ਕਰ ਦਿੱਤਾ ਗਿਆ ਸੀਗਾ, ਜਿੰਨਾ ਚਿਰ ਇਹਨਾਂ ਨੇ 31 ਮਾਰਚ ਤੱਕ ਦਾ ਉਹਦਾ ਟਾਈਮ ਲਿਆ ਸੀਗਾ। ਉਹ 31 ਸਿੰਘਾਂ ਦਾ ਜੱਥਾ 3 ਅਪ੍ਰੈਲ ਤੋਂ ਸ਼ੁਰੂ ਕੀਤਾ ਜਾਊਗਾ। ਇਹ ਹੋ ਸਕਦਾ ਕਿ ਆਉਣ ਵਾਲੇ ਸਮੇਂ 'ਚ ਅਸੀਂ 31 ਦੇ 2 ਜਥੇ ਭੇਜੀਏ ਜਾਂ 31 ਦੇ ਜਥੇ ਨੂੰ ਵਧਾਇਆ ਜਾਵੇ। ਇਹ ਆਉਣ ਵਾਲਾ ਟਾਈਮ ਦੱਸੂਗਾ, ਜਿਵੇਂ ਵੀ ਸਾਡਾ ਡਿਸਾਈਡ ਹੋਊਗਾ ਉਹ ਮੀਡੀਆ ਰਾਹੀਂ ਸਾਂਝਾ ਕੀਤਾ ਜਾਊਗਾ। 2 ਦਿਨ ਪਏ ਨੇ ਹਜੇ 31 ਮਾਰਚ ਆਉਣ ਨੂੰ, ਤੇ ਜੇ ਸਰਕਾਰ ਨੇ ਦੇ ਨਾਲ ਥੋੜੀ ਕੋਈ ਗੱਲਬਾਤ ਹੋ ਜਾਂਦੀ ਹੈ ਜਾਂ ਕਿਸੇ ਟੇਬਲ ਤੇ ਬੈਠ ਕੇ ਕੋਈ ਹੱਲ ਨਿਕਲ ਜਾਂਦਾ ਹੈ, ਫਿਰ ਤੁਸੀਂ ਆਪਣੇ ਪ੍ਰੋਗਰਾਮ ਨੂੰ ਪੋਸਟਪੋਨ ਜਾਂ ਫਿਰ ਉਹਨੂੰ ਮੁਲਤਵੀ ਕਰ ਸਕਦੇ ਹੋ? ਨਹੀਂ, ਇਹਦੇ 'ਚ ਇੱਕ ਗੱਲ ਬਿਲਕੁਲ ਕਲੀਅਰ ਹੈ ਕਿ ਜੇ ਤਾਂ ਜਥੇਦਾਰ ਸਾਹਿਬ ਨੇ ਉਹਨਾਂ ਜਿੰਨਾ ਪੁਰਾਣੀਆਂ ਮੰਗਾਂ ਨੇ ਉਹਨਾਂ ਦੀਆਂ ਉਹ ਪੂਰੀਆਂ ਕਰ ਦੇਣ, 5 ਸਿੰਘਾਂ ਦੀ ਜਿਹੜੀ ਪ੍ਰੋਸੈਸ ਹੈ ਉਹ ਸ਼ੁਰੂ ਕਰ ਦਿੱਤਾ ਹੋਵੇ, ਉਹਨਾਂ ਨੂੰ ਬਾਹਰ ਕੱਢਣ ਦਾ ਪੂਰਾ ਚੱਲ ਪਿਆ ਹੋਵੇ। ਦੂਸਰਾ, ਜਥੇਦਾਰ ਸਾਹਿਬ ਨੂੰ ਇੱਥੇ ਆਪਣੇ ਪੰਜਾਬ 'ਚ ਲੈ ਆਉਣ, ਤਾਂ ਇਹ 'ਤੇ ਸੋਚਿਆ ਜਾ ਸਕਦਾ, ਉਸ ਨੂੰ ਮੁਲਤਵੀ ਕੀਤਾ ਜਾ ਸਕਦਾ। ਪਰ ਅਗਰ ਇਹ ਗੱਲਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਇਹ ਪੂਰਾ ਕਲੀਅਰ ਹੈ ਕਿ 1 ਤਰੀਕ ਨੂੰ ਮਾਰਚ ਕੱਢਿਆ ਹੀ ਜਾਊਗਾ। ਇਸ ਨਾਲ ਸਰਕਾਰ ਨਾਲ ਕੋਈ ਨੈਗੋਸ਼ੀਏਬਲ ਨਹੀਂ ਹੋਈ ਕੋਈ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਜੀ। ਇਹ ਸਾਡੇ ਨਾਲ ਸੀਗੇ ਗੁਰਸ਼ਰਨ ਸਿੰਘ ਧਾਲੀਵਾਲ, ਜੋ ਕਿ ਆਰਗੇਨਾਈਜ਼ਰ ਨੇ ਕੌਮੀ ਇਨਸਾਫ ਮੋਰਚਾ ਦੇ। ਉਹਨਾਂ ਨੇ ਬਹੁਤ ਹੀ ਕਲੀਅਰ ਕੱਟ ਗੱਲ ਕੀਤੀ ਹੈ ਔਰ ਉਹਨਾਂ ਨੇ ਖਾਸ ਕਰਕੇ ਕਿਹਾ ਹੈ ਕਿ ਜਿਹੜੇ ਅੱਜ ਖਾਸ ਕਰਕੇ ਪ੍ਰੈਸ ਕਾਨਫਰੰਸ ਕੀਤੀ ਹੈ ਉਹਦੇ ਵਿੱਚ 2 ਮੇਨ ਪ੍ਰੋਗਰਾਮ ਦਿੱਤੇ ਗਏ ਹੈ। ਇੱਕ ਤਾਂ 1 ਅਪ੍ਰੈਲ ਨੂੰ IPL ਦਾ ਮੈਚ ਹੋਣਾ ਮੋਹਾਲੀ ਸਟੇਡੀਅਮ ਦੇ ਵਿੱਚ, ਉੱਥੇ ਜਿਹੜਾ ਹੈਗਾ ਕੌਮੀ ਇਨਸਾਫ ਮੋਰਚੇ ਤੇ ਬੈਠੇ ਨੇ ਜਿਹੜੇ ਉੱਥੋਂ ਮਾਰਚ ਕੱਢਣਗੇ, ਆਪਣਾ ਇੰਟਰਨੈਸ਼ਨਲ ਜਿਹੜਾ ਸਕੇਲ ਤੇ ਜਾਂ ਉਸ ਲੈਵਲ ਤੇ ਇਸ ਚੀਜ਼ ਨੂੰ ਆਪਣਾ ਰੋਸ ਪ੍ਰਗਟਾਵਾ ਕਰਨਗੇ। ਦੂਸਰੇ ਪਾਸੇ ਉਹਨਾਂ ਨੇ ਗੱਲ ਕੀਤੀ ਹੈ ਕਿ 3 ਤਰੀਕ ਨੂੰ ਅਸੀਂ ਦੁਬਾਰਾ ਤੋਂ 31 ਮੈਂਬਰੀ ਜਿਹੜੀ ਹੈਗੀ ਉਹ ਜਥਾ ਉਹ ਸ਼ੁਰੂ ਕਰਾਂਗੇ ਆਪਣਾ, ਤਾਂ ਕਰਕੇ ਕਿਉਂਕਿ 31 ਮਾਰਚ ਤੱਕ ਉਹਨਾਂ ਨੇ ਸਰਕਾਰ ਨੇ ਸਾਨੂੰ ਟਾਈਮ ਦਿੱਤਾ ਸੀ ਕੌਮੀ ਇਨਸਾਫ ਮੋਰਚੇ ਨੂੰ, ਔਰ ਉਹ ਟਾਈਮ ਜਿਹੜਾ ਹੈਗਾ ਜੇ 31 ਮਾਰਚ ਤੱਕ ਉਹਨਾਂ ਦੀਆਂ ਮੰਗਾਂ ਜਿਹੜੀਆਂ ਪੂਰੀਆਂ ਨਹੀਂ ਹੁੰਦੀਆਂ ਤਾਂ ਫਿਰ ਉਹ ਡੈਫੀਨੇਟਲੀ 31 ਮਾਰਚ ਦੀ ਜਿਹੜੀ ਉਹ ਮੰਗ ਨਾ ਪੂਰੀ ਹੋਣ ਦੇ ਬਾਅਦ ਉਹ ਦੁਬਾਰਾ ਤੋਂ 3 ਅਪ੍ਰੈਲ ਤੋਂ ਆਪਣੇ 31 ਮੈਂਬਰੀ ਜਥਾ ਜਿਹੜਾ ਹੈ ਉਹਨੂੰ ਸ਼ੁਰੂ ਕਰਨਗੇ, ਜਿਹੜਾ CM ਦੇ ਨਿਵਾਸ ਵੱਲੋਂ ਲੈ ਕੇ ਜਾਂਦੇ ਸੀਗੇ। ਇਸ ਨੂੰ ਲੈ ਕੇ ਅੱਜ ਕੌਮੀ ਇਨਸਾਫ ਮੋਰਚਾ ਨੇ ਚੰਡੀਗੜ੍ਹ ਦੇ ਪ੍ਰੈਸ ਕਲੱਬ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ। ਕੈਮਰਾ ਪਰਸਨ ਸਰਬਜੀਤ ਦੇ ਨਾਲ ਬਿੰਦੂ ਸਿੰਘ, ਚੰਡੀਗੜ੍ਹ। ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ। ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ। ਖੋਲਾਂਗੇ ਅੰਦਰੂਨੀ ਰਾਜ। ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ, ਹਰ ਸ਼ਹਿਰ ਜਾਵਾਂਗੇ। ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ। ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਤ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਹੈ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ सिर्फ लोकां दी गल। धर्म, धरोहर, सेहत और संस्कृति की होगी बात। अब D5 चैनल हिंदी भी होगा सर। D5 चैनल पंजाबी, अपनी धरती, अपने लोक। सत श्री अकाल जी, मैं हाँ कुलराज रंधावा ते तुसी वेख रहे हो D5 चैनल पंजाबी, जिहड़ा लॉन्च हो चुका है हुण कैनेडा विच।